ਸਤਿ ਸ਼੍ਰੀ ਅਕਾਲ ਜੀ। ਵੌਇਸ ਆਫ ਇੰਡੀਆ ਮੀਡੀਆ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਦਾ, ਦੋਸਤਾਂ, ਮਿੱਤਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਅੱਜ ਫਿਰ ਹਾਜ਼ਰ ਹਾਂ ਤੇ ਮੇਰੇ ਨਾਲ ਅੱਜ ਫਿਰ ਸਟੂਡੀਓ ਦੇ ਵਿੱਚ ਸਰਦਾਰ MP ਸਿੰਘ ਜੀ ਹਾਜ਼ਰ ਨੇ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ, ਥੈਂਕ ਯੂ ਪਿੰਟਰ ਸਾਹਿਬ। ਅਸੀਂ ਪਲ-ਪਲ ਦੀ ਜਾਣਕਾਰੀ ਕਿਸਾਨੀ ਅੰਦੋਲਨ ਤੋਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਹਾਂ ਗਰਾਊਂਡ ਜ਼ੀਰੋ ਪ੍ਰੋਗਰਾਮ ਦੇ ਵਿੱਚ। ਅੱਜ ਫਿਰ ਉਸੇ ਕੜੀ ਨੂੰ ਹੀ ਅੱਗੇ ਚੱਲਦੇ ਹੋਏ ਅਸੀਂ ਜੋ ਵੀ ਉੱਥੇ ਦੀਆਂ ਘਟਨਾਵਾਂ ਵਾਪਰੀਆਂ ਨੇ ਪਿਛਲੇ ਕੁਝ ਘੰਟਿਆਂ ਦੌਰਾਨ, ਉਹਨਾਂ ਨੂੰ ਅਸੀਂ ਅੱਜ ਸਟੈਪ ਬਾਏ ਸਟੈਪ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਰਦਾਰ MP ਸਿੰਘ ਜੀ, ਪਿਛਲੇ 26 ਜਨਵਰੀ ਵਾਲੇ ਦਿਨ ਬਹੁਤ ਸਾਰੀਆਂ ਸੈਂਕੜੇ ਕਿਸਾਨ ਮਜ਼ਦੂਰਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ, ਉਹਨਾਂ ਬਾਰੇ ਤੁਹਾਡੇ ਕੋਲ ਨਵੀਂ ਅਪਡੇਸ਼ਨ ਜੋ ਵੀ ਹੈ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਜਾਣੂ ਕਰਾਓ ਜੀ। 26 ਜਨਵਰੀ ਨੂੰ ਕਿਸਾਨਾਂ ਨੇ ਕਿਸਾਨ ਟਰੈਕਟਰ ਪਰੇਡ ਜਿਹੜੀ ਕਿਸਾਨ ਗਣਤੰਤਰ ਟਰੈਕਟਰ ਪਰੇਡ ਜਿਹੜੀ ਸੀ ਉਹ ਉਲੀਕੀ ਸੀ। ਹਾਂਜੀ। ਦਿੱਲੀ ਪੁਲਿਸ ਦੇ ਨਾਲ ਉਹਨਾਂ ਦੀ ਇਜਾਜ਼ਤ ਨਾਲ ਕੁਝ ਰੂਟ ਬਣਾਏ ਗਏ ਸੀ ਕਿ ਇਹਨਾਂ ਰੂਟਾਂ ਦੇ ਉੱਤੇ ਕਿਸਾਨ ਜਿਹੜੇ ਆ ਉਹ ਜਾਣਗੇ ਔਰ ਵਾਪਸ ਆਪਣੇ ਕੈਂਪਾਂ ਵਿੱਚ ਆ ਜਾਣਗੇ। ਪਰ ਉਸ ਦਿਨ ਕੁਝ ਮੰਦਭਾਗੀਆਂ ਘਟਨਾ ਵਾਪਰੀਆਂ। ਕੁਝ ਲੋਕ ਜਿਹੜੇ ਸੀਗੇ ਉਹ ਅਣਅਧਿਕਾਰਤ ਜਿੱਥੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਉਧਰ ਨੂੰ ਵਧੇ। ਉਂਝ ਉਹ ਵੀ ਵਧੇ ਤੇ ਉਹਨਾਂ ਨੂੰ ਜਾਣਾ ਵੀ ਸੌਖਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਹਾਂਜੀ ਜਾਂਦੇ ਆ ਜਾਣ। ਹਾਂਜੀ, ਠੀਕ ਹੈ ਜੀ। ਉਹਦੇ ਜਾਣ ਦੇ ਨਾਲ ਉੱਥੇ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਜਿਨ੍ਹਾਂ ਦੇ ਨਾਲ ਕਿਸਾਨੀ ਅੰਦੋਲਨ ਨੂੰ ਬਹੁਤ ਵੱਡੀ ਸੱਟ ਬੈਕ ਲੱਗੀ, ਬਹੁਤ ਵੱਡਾ ਨੁਕਸਾਨ ਹੋਇਆ, ਪਰ ਛੇਤੀ ਸੰਭਲਿਆ ਗਿਆ। ਜੇ ਉਹ 26 ਤਰੀਕ ਵਾਲੀ ਪਰੇਡ ਜਿਹੜੀ ਆ ਉਹ ਜਿੱਦਾਂ ਧਾਰਿਆ ਗਿਆ ਸੀਗਾ, ਜਿੱਦਾਂ ਪਲੈਨਿੰਗ ਕੀਤੀ ਗਈ ਸੀ, ਜਿੱਦਾਂ ਪਲਾਨ ਬਣਾਇਆ ਗਿਆ ਸੀ, ਅਨਾਊਂਸ ਕੀਤਾ ਗਿਆ ਸੀ, ਉਸ ਤਰੀਕੇ ਨਾਲ ਹੀ ਹੋ ਜਾਂਦੀ, ਸ਼ਾਂਤਮਈ ਹੋ ਜਾਂਦੀ, ਸ਼ਾਇਦ ਅੱਜ ਅੰਦੋਲਨ ਦਾ ਮੂੰਹ ਮੁਹਾਂਦਰਾ ਕੋਈ ਹੋਰ ਹੁੰਦਾ। ਪਰ ਜੋ ਹੋਇਆ ਉਹਦੇ ਨਾਲ ਵੱਡਾ ਨੁਕਸਾਨ ਜਿਹੜਾ ਸੀਗਾ ਉਹ ਅੰਦੋਲਨ ਕਰਨ ਵਾਲਿਆਂ ਦਾ ਵੀ ਹੋਇਆ। ਬਹੁਤ ਸਾਰੇ ਕਿਸਾਨ ਜਿਹੜੇ ਸੈਂਕੜੇ ਗਿਣਤੀ 200-250 ਤੋਂ ਵੱਧ ਕਿਸਾਨਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਅਲੋਪ ਕਰ ਦਿੱਤੇ ਗਏ, ਲੁਕੋ ਦਿੱਤੇ ਗਏ, ਸਾਹਮਣੇ ਨਹੀਂ ਆ ਰਹੇ, ਪਤਾ ਨਹੀਂ ਲੱਗ ਰਿਹਾ, ਗੁਆਚ ਗਏ। ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਵਿੱਚੋਂ ਕਿਸਾਨਾਂ ਦੀ ਜਥੇਬੰਦੀ, ਵਕੀਲਾਂ ਦੀ ਜਥੇਬੰਦੀ, ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵੱਲੋਂ ਵੀ ਕੋਸ਼ਿਸ਼ਾਂ ਕਰਨ ਤੋਂ ਬਾਅਦ ਬਹੁਤ ਸਾਰੇ ਕਿਸਾਨ ਜਿਹੜੇ ਉਹ ਲੱਭ ਲਏ ਗਏ। ਕੁਝ ਜੇਲ੍ਹਾਂ ਵਿੱਚ ਹੈਗੇ ਆ, ਤਿਹਾੜ ਜੇਲ੍ਹ 'ਚ ਹੈਗੇ ਆ, ਜਾਂ ਹੋਰਾਂ ਜੇਲ੍ਹਾਂ 'ਚ ਹੈਗੇ ਆ, ਕੁਝ ਥਾਣਿਆਂ ਵਿੱਚ ਅਜੇ ਵੀ ਬੰਦ ਆ, ਕੁਛ ਬਾਰੇ ਲੱਗਦਾ ਹੀ ਨਹੀਂ ਪਤਾ ਕਿ ਕਿੱਥੇ ਗਏ। ਇਹ ਸਾਰਾ ਘਟਨਾਕ੍ਰਮ ਜਿਹੜਾ ਉਹ ਇੰਨਾ ਮੰਦਭਾਗਾ ਕਿਸਾਨੀ ਅੰਦੋਲਨ ਦੇ ਲਈ ਬਹੁਤ ਵੱਡੀ ਜਿਹੜੀ ਸੈਟਬੈਕ ਹੈ ਕਿ ਉਹਨਾਂ ਦੇ ਜੁਝਾਰੂ ਲੋਕ ਜਿਹੜੇ ਹੈਗੇ ਆ, ਉਹਨਾਂ ਦੇ ਜੁਝਾਰੂ ਕਿਸਾਨ ਜਿਹੜੇ ਆ ਉਹ ਅੱਜ ਥਾਣਿਆਂ ਦੇ ਵਿੱਚ ਤਸ਼ੱਦਦ ਸਹਾਰ ਰਹੇ, ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ, ਬਹੁਤ ਕੁੱਟਮਾਰ ਕੀਤੀ ਜਾ ਰਹੀ ਹੈ। ਕੁਛ ਥਾਵਾਂ ਪੁਲਿਸ ਨੇ ਕੁਛ ਥਾਵਾਂ ਤੇ ਛਾਪੇ ਉਦੋਂ ਬਾਅਦ ਮਾਰੇ, ਪੰਜਾਬ ਵਿੱਚ ਵੀ, ਹਰਿਆਣੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਫੜਿਆ, ਉਹਨਾਂ ਉੱਤੇ ਵੀ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ। ਕੋਈ ਕਿਸੇ ਨੇ ਗਲਤੀ ਕੀਤੀ ਆ ਤੇ ਉਹਦੀ ਸਜ਼ਾ ਜਿਹੜੀ ਆ ਉਹ ਅਦਾਲਤ ਨੇ ਦੇਣੀ ਹੁੰਦੀ, ਪੁਲਿਸ ਨੇ ਦੇਣੀ ਹੁੰਦੀ। ਪੁਲਿਸ ਵਾਲੇ ਜਦੋਂ ਖੁਦ ਹੀ ਮੁਨਸਫ ਬਣ ਜਾਂਦੇ, ਖੁਦ ਹੀ ਉਹ ਜੱਜ ਬਣ ਜਾਂਦੇ ਆ, ਇਹ ਸਾਡੇ ਵੈਸੇ ਦੇਸ਼ 'ਚ ਆਮ ਗੱਲ ਹੈ। ਉੱਥੇ ਪੁਲਿਸ ਆਪਣੇ ਆਪ ਨੂੰ ਇਹ ਅਧਿਕਾਰ ਸਮਝਦੀ ਆ ਕਿ ਸਾਡੇ ਕੋਲ ਅਧਿਕਾਰ ਹੈਗਾ ਕਿ ਅਸੀਂ ਮੁਜਰਮ ਨੂੰ ਕਿੱਦਾਂ ਡੀਲ ਕਰਨਾ, ਉਹਦੇ ਨਾਲ ਵਿਵਹਾਰ ਕਿਹੋ ਜਿਹਾ ਕਰਨਾ, ਵਤੀਰਾ ਕਿਹੋ ਜਿਹਾ ਕਰਨਾ। ਮੁਜਰਮ ਦਾ ਮਤਲਬ ਹੁੰਦਾ ਦੋਸ਼ੀ, ਜਿਹਨੇ ਦੋਸ਼ ਕਸੂਰ ਕੀਤਾ ਕੋਈ। ਜੇ ਉਹ ਉਹਨਾਂ ਕਿਸਾਨਾਂ ਨੂੰ ਕਸੂਰਵਾਰ ਸਮਝਦੀ ਹੈ ਪੁਲਿਸ, ਤੇ ਉਹਨਾਂ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਸਕਦੀ। ਪੁਲਿਸ ਨੂੰ ਹੱਕ ਹੈ ਕਹਿਣ ਦਾ। ਉਹ ਫਿਰ ਕਿਸਾਨ ਆਪੇ ਅਦਾਲਤ 'ਚ ਜਾ ਕੇ ਆਪਦਾ ਪੱਖ ਰੱਖਣਗੇ, ਆਪਦੇ ਵਕੀਲਾਂ ਰਾਹੀਂ ਪੇਸ਼ ਹੋਣਗੇ, ਦੱਸਣਗੇ ਕਿ ਸਾਡਾ ਕਿੱਥੇ ਕਸੂਰ ਹੈਗਾ ਜਾਂ ਕਿੱਥੇ ਨਹੀਂ ਹੈਗਾ, ਕਸੂਰ ਹੈਗਾ ਵੀ ਆ ਜਾਂ ਹੈ ਨਹੀਂ, ਬਣਾਇਆ ਗਿਆ। ਸੋ ਮਤਲਬ ਇਹ ਅਣਮਨੁੱਖੀ ਕਾਰੇ ਜਿਹੜੇ ਆ ਪੁਲਿਸ ਵੱਲੋਂ ਉੱਥੇ ਕੀਤੇ ਜਾ ਰਹੇ, ਜਿਨ੍ਹਾਂ ਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ। ਔਰ ਚੰਗੀ ਗੱਲ ਹੈ ਕਿ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਵੀ, ਵਕੀਲਾਂ ਦੀਆਂ ਸੰਸਥਾਵਾਂ ਨੇ ਵੀ, ਔਰ ਸ਼੍ਰੋਮਣੀ ਕਮੇਟੀ ਨੇ ਵੀ, ਦਿੱਲੀ ਦਿੱਲੀ ਗੁਰਦੁਆਰਾ ਕਮੇਟੀ ਹੈਗੀ, ਉਹਨੇ ਆਪਣੇ ਲੈਵਲ ਤੇ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜਿਨ੍ਹਾਂ ਕਿਸਾਨਾਂ ਨੂੰ ਫੜਿਆ ਸੀ, ਜਿਹੜੇ ਗੁੰਮ ਹੋ ਗਏ ਕਹੇ ਜਾਂਦੇ ਆ, ਉਹਨਾਂ ਦੀ ਪੈਰਵਾਈ ਕਰਨੀ ਸ਼ੁਰੂ ਕੀਤੀ ਹੈਗੀ ਆ, ਕੀਤੀ ਹੈ। ਪੈਰਵਾਈ ਕਰਨ ਦੇ ਨਾਲ ਕੀ ਹੈਗਾ, ਬਹੁਤ ਸਾਰੇ ਤੱਥ ਸਾਹਮਣੇ ਆਉਣਗੇ। ਅਜੇ ਤੱਕ ਪਤਾ ਹੀ ਨਹੀਂ ਲੱਗਦਾ ਸੀਗਾ। ਉਹਨਾਂ ਨੇ ਵੱਖਰੇ ਵੱਖਰੇ ਜਿਹੜੇ ਹੈਗੇ ਆ ਹੈਲਪਲਾਈਨਾਂ ਇਸ਼ੂ ਜਾਰੀ ਕੀਤੀਆਂ ਹੈਗੀਆਂ, ਦੱਸੀਆਂ ਲੋਕਾਂ ਨੂੰ ਕਿ ਜਿਹਨਾਂ ਦਾ ਕੋਈ ਘਰ ਪਰਿਵਾਰ ਦਾ ਜੀ ਨਹੀਂ ਲੱਭ ਰਿਹਾ,
ਜਾਂ ਗੁੰਮ ਹੋ ਗਿਆ ਜਾਂ ਫੱਟੜ ਹੋ ਗਿਆ ਜਾਂ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ, ਮੁੜਿਆ ਹੀ ਨਹੀਂ, ਹਾਂਜੀ ਹਾਂਜੀ ਇਹ ਸੋਚਦੇ ਆ ਕਿ ਉਹ 26 ਦੀ ਪਰੇਡ ਤੇ ਗਿਆ ਸੀਗਾ ਤੇ ਵਾਪਸ ਹੀ ਨਹੀਂ ਆਇਆ, ਉਹਦੇ ਬਾਰੇ ਜਾਣਕਾਰੀ ਦੇਵੋ, ਅਸੀਂ ਉਹਦੀ ਪੈਰਵਾਈ ਕਰਾਂਗੇ। ਇਸ ਮਾਮਲੇ ਤਾਂ ਕਿਸਾਨ ਜਥੇਬੰਦੀਆਂ ਵੀ ਤੇ ਦੂਜੀਆਂ ਜਥੇਬੰਦੀਆਂ ਵੀ ਸ਼ਲਾਘਾਯੋਗ ਰੋਲ ਅਦਾ ਕਰ ਰਹੀਆਂ, ਪਰ ਪੁਲਿਸ ਜਿਹੜਾ ਆਪਦਾ ਤਸ਼ੱਦਦ ਦਾ ਦੌਰ ਚਲਾਇਆ ਹੋਇਆ ਉਹਦੇ ਤੇ ਪਿੱਛੇ ਨਹੀਂ ਮੁੜਦੀ ਪਈ। ਉਹਨੇ ਆਪਦਾ ਪੁਰਾਣਾ ਰੂਪ ਜਿਹੜਾ ਪਹਿਲਾਂ ਅੰਦੋਲਨਾਂ ਦੇ ਵਿੱਚ ਵੀ ਹੁੰਦਾ, ਜਾਂ ਆਮ ਪੁਲਿਸ ਦਾ ਕਿਰਦਾਰ ਉੱਥੇ ਕਿਹਾ ਜਾਂਦਾ ਕਿ ਇਸ ਤਰੀਕੇ ਦਾ ਕਿਰਦਾਰ ਪੁਲਿਸ ਦਾ ਹੁੰਦਾ, ਉਹ ਆਪਦਾ ਨਿਭਾ ਰਿਹਾ, ਜਿਹੜਾ ਨਹੀਂ ਹੋਣਾ ਚਾਹੀਦਾ। ਅਣਮਨੁੱਖੀ ਤਸ਼ੱਦਦ ਨਹੀਂ ਹੋਣਾ ਚਾਹੀਦਾ। ਜਿਹੜੇ ਬੰਦੇ ਫੜ ਲਏ ਗਏ ਸੀਗੇ ਉਹ ਬਹੁਤ ਸਾਰੇ ਸੀਗੇ, ਸੈਂਕੜਿਆਂ ਦੇ ਵਿੱਚ ਉੱਥੋਂ ਗ੍ਰਿਫਤਾਰ ਕਰ ਲਏ ਸੀ, ਅਲੋਪ ਹੀ ਕਰ ਲਏ ਗਏ ਸੀਗੇ। ਉਹ ਹੁਣ ਹੌਲੀ ਹੌਲੀ ਸਟੈਪ ਬਾਏ ਸਟੈਪ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਬੇਲ ਹੋ ਰਹੀਆਂ ਵਾ, ਉਹ ਬਾਹਰ ਆ ਰਹੇ ਆ, ਚਾਹੇ ਉਹ ਕਿਸੇ ਦਾ ਵੀ ਉਦਮ ਆ, ਚਾਹੇ ਉਹ ਕਿਸਾਨ ਜਥੇਬੰਦੀਆਂ ਦਾ। ਪਰ ਉਹ ਜਿਹੜੇ ਬੰਦੇ ਆ ਰਹੇ ਆ ਉਹਨਾਂ ਦੀ ਜ਼ਬਾਨੀ ਜਿਹੜੀ ਆ ਉਹ ਦੱਸ ਰਹੇ ਆ ਉਹ ਕੀ ਉਹਨਾਂ ਦੇ ਨਾਲ ਵਾਪਰਿਆ, ਕੀ ਹੋਇਆ। ਸਭ ਤੋਂ ਵੱਡੀ MP ਸਿੰਘ ਜੀ ਗੱਲ ਸੀਗੀ ਪਿਛਲੇ ਜਿਹੜੇ ਲੰਘੇ ਕੁਝ ਘੰਟਿਆਂ ਦੌਰਾਨ ਉਹ ਬਾਹਰ ਆਏ ਆ ਬੰਦੇ, ਤਾਂ ਉਹਨਾਂ ਨੇ ਆ ਕੇ ਜਨਤਾ ਨੂੰ ਦੱਸਿਆ ਵੀ ਸਾਡੇ ਨਾਲ ਕੀ ਕੀ ਹੋਇਆ। ਤੇ ਵੱਡੀ ਗੱਲ ਇਹ ਆ ਕਿ ਉਹ ਦੋਨੇ ਬੰਦੇ ਜਿਹੜੇ ਜੀਤ ਸਿੰਘ ਤੇ ਗੁਰਮੁਖ ਸਿੰਘ ਨੇ ਆਪਦੀਆਂ ਇੰਟਰਵਿਊ ਦਿੱਤੀਆਂ ਵਾ, ਤੇ ਉਹ ਆਰਮੀ ਦੇ ਵਿੱਚ ਉਹਨਾਂ ਨੇ ਸਾਰੀ ਉਮਰ ਫੌਜੀ ਸੀਗੇ, ਦੇਸ਼ ਦੀ ਰਾਖੀ ਕੀਤੀ। ਤੇ ਉਹਨਾਂ ਨੂੰ ਲਾਸਟ ਦਾ ਸਮਾਂ ਜਿਹੜਾ ਉਹਨਾਂ ਦਾ ਹੈਗਾ ਆ ਗਿਆ, ਉਹਨਾਂ ਦਾ ਜ਼ਿੰਦਗੀ ਦੇ ਆਖਰੀ ਪੜਾਅ, ਬਜ਼ੁਰਗ 70 ਸਾਲ ਉਹਨੂੰ ਮਾਰਾ। ਤੇ ਉਹਨੇ ਦੱਸਿਆ ਕਿ ਕਹਿੰਦਾ ਮੇਰੀ ਬਾਂਹ ਮਰੋੜ ਕੇ ਪੁਲਿਸ ਨੇ ਜਦੋਂ ਮੈਨੂੰ ਉੱਥੇ ਚੱਕਿਆ, ਤੇ ਕਹਿੰਦਾ ਮੇਰੀ ਬਾਂਹ ਮਰੋੜ ਕੇ ਉਹਨੇ ਮੇਰੇ ਪਿੱਛੇ ਲਾ ਲਈ, ਤੇ ਕਹਿੰਦਾ ਮੈਂ ਜਦੋਂ ਆਏ ਹਿਲਾ ਹਲੂ ਕੇ ਆਪਦੀ ਸੇਫਟੀ ਦੇ ਲਈ ਉਹ ਤੋਂ ਛਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਨੇ ਮੇਰੇ ਨਾਲ ਐਡਾ ਗਲਤ ਵਿਵਹਾਰ ਕੀਤਾ, ਗਾਲਾਂ ਵੀ ਕੱਢੀਆਂ, ਹੁਣ ਤੁਹਾਡਾ ਫੌਜੀ ਪੁਣਾ ਅਸੀਂ ਕੱਢਦੇ ਆ, ਹੁਣ ਤੁਹਾਨੂੰ ਅਸੀਂ ਦਿਖਾਉਣੇ ਆ ਕਿਵੇਂ ਦੇਸ਼ ਦੀ ਸੇਵਾ ਕੀਤੀ ਹੈ। ਕੀ ਕੁਐਸਚਨ ਮੇਰਾ ਇਹ ਆ ਕਿ ਸਾਰੀ ਉਮਰ ਦੇਸ਼ ਦੇ ਲਈ ਲਾਤੀ ਬੰਦਿਆਂ ਨੇ, ਕਦੇ ਪਾਕਿਸਤਾਨ ਦੇ ਲਈ ਲੜੇ, ਕਦੇ ਚਾਈਨਾ ਦੇ ਲਈ ਲੜੇ, ਉਹਨਾਂ ਦੇ ਖਿਲਾਫ ਲੜੇ, ਹੁਣ ਉਹ ਆਪਣੇ ਦੇਸ਼ ਦੇ ਮਤਲਬ ਦੇਖੋ ਲਈ ਲੜ ਰਹੇ ਆ। ਬੜੀ ਮੰਦਭਾਗੀ ਗੱਲ ਹੈ ਇਹ ਭਿੰਡਰ ਸਾਹਿਬ ਕਿ ਇੱਕ ਫੌਜੀ ਜਿਹੜਾ ਅਸਲ ਵਿੱਚ ਕਿਸਾਨ ਦਾ ਪੁੱਤਰ ਹੈ ਤੇ ਕਿਸਾਨੀ ਕੀਤੀ ਉਹਨੇ, ਜਾਂ ਫੌਜ ਤੋਂ ਰਿਟਾਇਰਮੈਂਟ ਤੋਂ ਬਾਅਦ ਕਿਸਾਨੀ ਕਿੱਤਾ ਅਪਣਾ ਲਿਆ, ਉਹਦੇ ਨਾਲ ਇਸ ਤਰੀਕੇ ਦਾ ਵਤੀਰਾ ਹੋਵੇ। ਮੈਂ ਪਹਿਲਾਂ ਗੱਲ ਕਰ ਚੁੱਕਾ ਕਿ ਸਾਡੇ ਦੇਸ਼ ਵਿੱਚ ਪੁਲਿਸ ਜਿਹੜੀ ਆਪਣੇ ਆਪ ਨੂੰ ਸੁਪਰੀਮ ਸਮਝਦੀ, ਪੁਲਿਸ ਕਹਿੰਦੀ ਜੱਜ ਕੌਣ ਹੁੰਦੇ ਫੈਸਲਾ ਦੇਣ ਵਾਲੇ, ਸਾਨੂੰ ਪਤਾ, ਬਿਲਕੁਲ ਜੀ ਇਹਨੇ ਆਹ ਜੁਰਮ ਕੀਤਾ, ਇਹਦੀ ਕੀ ਸਜ਼ਾ ਸਾਨੂੰ ਪਤਾ ਕੀ ਦੇਣੀ। ਝੂਠੀਆਂ ਸੱਚੀਆਂ FIR ਲਾਅ 'ਚ ਹੁੰਦੀਆਂ, ਔਰ ਉਹ ਮੁੜ ਕੇ ਜਾ ਕੇ ਅਦਾਲਤਾਂ ਦੇ ਵਿੱਚ ਉਹ ਜਿਹੜੇ ਜਦੋਂ ਪੇਸ਼ ਕੀਤਾ ਜਾਂਦਾ ਕਿਸੇ ਬੰਦੇ ਨੂੰ, ਉਦੋਂ ਉਹ ਧਾਰਾ ਜਿਹੜੀਆਂ ਲਾਈਆਂ ਹੁੰਦੀਆਂ ਉਹ ਉੱਡ ਵੀ ਜਾਂਦੀਆਂ, ਯਾਨੀ ਉਹ ਖਤਮ ਕੀਤੀਆਂ ਜਾਂਦੀਆਂ, ਜਾਂ ਉਹ ਧਾਰਾ ਦੇ ਅਧੀਨ ਜਿਹੜੇ ਪਰਚੇ ਦਰਜ ਕੀਤੇ ਗਏ FIR ਲਾਅ 'ਚ ਕੀਤੀਆਂ ਗਈਆਂ ਹੁੰਦੀਆਂ ਉਹ ਉੱਥੇ ਪ੍ਰਵਾਨ ਵੀ ਨਹੀਂ ਕੀਤੀਆਂ ਜਾਂਦੀਆਂ। ਔਰ ਕਈ ਵਾਰੀ ਉਹਦੇ ਲਈ ਠੋਸ ਸਬੂਤਾਂ ਦੀ ਲੋੜ ਹੁੰਦੀ ਹੈ, ਸਬੂਤ ਪੁਲਿਸ ਪੇਸ਼ ਹੀ ਨਹੀਂ ਕਰ ਸਕਦੀ। ਠੀਕ ਹੈ ਜੀ, ਇਸ ਤਰੀਕੇ ਨਾਲ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਪੁਲਿਸ ਵੱਲੋਂ ਇਹ ਨਿੰਦਣਯੋਗ ਹੈ। ਜਿਹੜੀ ਤੁਸੀਂ ਦੋ ਵਿਅਕਤੀਆਂ ਦੀ ਗੱਲ ਕੀਤੀ ਹੈਗੀ ਆ ਕਿ ਉਹ ਫੌਜ ਵਿੱਚ ਸੀਗੇ, ਉਹਨਾਂ ਨੂੰ ਉੱਥੋਂ ਚੁੱਕ ਲਿਆ ਗਿਆ, ਔਰ ਬਾਅਦ ਵਿੱਚ ਜਦੋਂ ਹੁਣ ਉਹ ਜ਼ਮਾਨਤ ਤੇ ਰਿਹਾ ਹੋ ਕੇ ਆਏ, ਉਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਆ। ਵਾਕਿਆ ਦਰਦਨਾਕ ਆ, ਵਾਕਿਆ ਦੁਖਦਾਇਕ ਆ, ਪਰ ਇਹ ਪਹਿਲੀ ਵਾਰੀ ਨਹੀਂ ਹੋਇਆ। ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਜੁਗਾਂ ਜਗੰਤਰਾਂ ਦੀ ਗੱਲ ਹੈ, ਹਮੇਸ਼ਾ ਇਦਾਂ ਹੀ ਹੁੰਦੀ ਰਹੀ ਹੈ। ਜਿੰਨਾ ਚਿਰ ਤੱਕ ਲੋਕ ਜਾਗਰੂਕ ਨਹੀਂ ਹੋਣਗੇ ਆਪਣੇ ਹੱਕਾਂ ਪ੍ਰਤੀ, ਉਹਨਾਂ ਚਿਰ ਇਦਾਂ ਹੀ ਹੁੰਦੀ ਰਹੂਗੀ। ਬਿਲਕੁਲ ਜੀ, ਬਿਲਕੁਲ। ਕਿਸਾਨਾਂ ਦਾ ਅੰਦੋਲਨ ਆ ਜਿਹੜਾ ਦਿਨ ਬ ਦਿਨ ਹੋਰ ਤਿੱਖਾ ਹੁੰਦਾ ਜਾਂਦਾ, ਅਗਲੇ ਦਿਨਾਂ ਦੀ ਕੀ ਉਹਨਾਂ ਦੀ ਬਿਆਨਬੰਦੀ ਹੈ, ਮਤਲਬ ਕੀ ਚੱਲ ਰਿਹਾ ਉਹਨਾਂ ਦਾ? ਅੱਜ ਜਦੋਂ ਅਸੀਂ ਸਟੂਡੀਓ ਵਿੱਚ ਬੈਠੇ ਹਾਂ ਜੀ, ਅੱਜ ਇੰਡੀਆ ਦੇ ਵਿੱਚ 14 ਫਰਵਰੀ ਦਾ ਦਿਨ ਚੜ੍ਹ ਚੁੱਕਾ, ਇੱਥੇ ਅਜੇ 13 ਦੀ ਰਾਤ ਸ਼ੁਰੂ ਹੋਈ ਹੈ। ਬਿਲਕੁਲ। 14 ਤਰੀਕ ਨੂੰ ਪੰਜਾਬ ਦੇ ਵਿੱਚ ਤਾਂ ਮਿਊਨਿਸਪਲ ਇਲੈਕਸ਼ਨਸ ਹੋ ਰਹੀਆਂ, ਬਹੁਤੇ ਲੋਕਾਂ ਦਾ ਧਿਆਨ ਜਿਹੜਾ ਵੋਟਾਂ ਪਾਉਣ ਵਿੱਚ ਆ, ਵੋਟਾਂ ਕਟਵਾਉਣ ਵਿੱਚ ਹੈ, ਠੀਕ ਹੈ ਜੀ, ਜਿੱਤਣ ਵਿੱਚ ਹੈ, ਹਾਰਨ ਵਿੱਚ ਹੈ, ਬਹੁਤਾ ਧਿਆਨ ਇਸ ਤਰੀਕੇ ਲੱਗਾ। ਪਰ ਜਿਹੜੀ ਕਿਸਾਨੀ ਆ ਅੰਦੋਲਨ ਆ ਜਿਹੜਾ, ਉਹਨੇ ਇਹ ਤੁਹਾਨੂੰ ਯਾਦ ਹੋਣਾ ਕਿ ਠੀਕ 2 ਸਾਲ ਪਹਿਲਾਂ ਜੰਮੂ ਕਸ਼ਮੀਰ ਵਿੱਚ ਪੁਲਵਾਮਾ ਜਿਹੜਾ ਹੈਗਾ ਟਾਊਨ ਹੈ, ਉੱਥੇ ਸਾਡੇ ਕਾਨਵਾਈ ਜਾਂਦੀ ਪਈ ਸੀ, ਇੱਕ ਉਹਦੇ ਉੱਤੇ ਬੱਸ ਜਾਂਦੀ ਪਈ ਸੀ, ਉਹਦੇ ਤੇ ਅਟੈਕ ਹੋਇਆ। ਉਸ ਅਟੈਕ ਵਿੱਚ 40-45 ਫੌਜੀ ਜਿਹੜੇ ਸੀਗੇ ਸ਼ਹੀਦ ਹੋ ਗਏ ਸੀ। ਠੀਕ ਹੈ ਜੀ, ਉਹਨਾਂ ਦੀ ਯਾਦ ਜਿਹੜੀ ਆ ਉਹ ਸਰਕਾਰੀ ਪੱਧਰ ਤੇ ਵੀ ਮਨਾਈ ਜਾਣੀ ਹੈ। ਸਰਕਾਰ ਵੀ ਜਿਹੜੇ ਆ ਉਹ ਮਗਰਮੱਛ ਦੇ ਹੰਝੂ ਕੇਰਦੀ ਹੈ, ਹਾਲਾਂਕਿ ਉਹਦੇ ਸਿਰ ਤੇ ਹੀ, ਉਸ ਘਟਨਾ ਦੇ ਸਿਰ ਤੇ ਹੀ
ਹਾਂਜੀ ਸਰਕਾਰ ਬਣੀ ਹੈ 2 ਸਾਲ ਪਹਿਲਾਂ ਜਿਹੜੀ ਇਲੈਕਸ਼ਨ ਜਿਹੜੀ ਹੋਈ ਸੀਗੀ ਉਹ ਉਸ ਗੱਲ ਨੂੰ ਲੈ ਕੇ ਬਣਾਈ ਗਈ ਸੀ ਵੀ ਦੇਖੋ ਸਾਡੇ ਗੁਆਂਢੀ ਜਿਹੜੇ ਹੈਗੇ ਸਾਡੇ ਬਾਰੇ ਇਦਾਂ ਦਾ ਵਤੀਰਾ ਰੱਖਦੇ ਆ, ਸਾਡੇ ਫੌਜੀਆਂ ਨੂੰ ਸ਼ਹੀਦ ਕਰਤਾ ਗਾ। ਪਰ ਕਿਸਾਨਾਂ ਨੇ ਕਿਹਾ ਕਿ ਉਹ ਸ਼ਹੀਦ ਫੌਜੀ ਸਾਡੇ ਧੀਆਂ ਪੁੱਤਰ ਆ, ਸਾਡੇ ਬੱਚੇ ਆ, ਉਹਨਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਜਾਊਗਾ। ਥਾਂ ਥਾਂ ਤੇ ਕੈਂਡਲ ਮਾਰਚ ਕੀਤੇ ਜਾਣਗੇ, ਥਾਂ ਥਾਂ ਤੇ ਮੌਨ ਧਾਰਿਆ ਜਾਊਗਾ, ਥਾਂ ਥਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਊਗੀ। ਇਹ ਕੱਲ ਦਾ ਪ੍ਰੋਗਰਾਮ ਹੈ, ਜਾਂ ਜਾਣਾ ਕਹਿ ਲਓ ਇੰਡੀਆ ਵਿੱਚ ਅੱਜ ਦਾ ਪ੍ਰੋਗਰਾਮ। 16 ਤਰੀਕ ਨੂੰ 2 ਦਿਨ ਬਾਅਦ ਜਿਹੜਾ ਸਰ ਛੋਟੂ ਰਾਮ ਹਰਿਆਣੇ ਦੇ ਬਹੁਤ ਵੱਡੇ ਕਿਸਾਨ ਆਗੂ ਹੈ, ਲੋਕ ਸੰਘਰਸ਼ ਦੇ ਜਿਹੜੇ ਆ ਉਹ ਪਰਖੇ ਹੋਏ ਆਗੂ ਹੈ, ਉਹਨਾਂ ਦਾ ਜਨਮ ਦਿਨ ਜਿਹੜਾ ਉੱਥੇ ਮਨਾਇਆ ਜਾਣਾ। ਇਹ ਵੀ ਕਿਸਾਨੀ ਅੰਦੋਲਨ ਨੇ ਸਮੁੱਚੇ ਤੌਰ ਤੇ ਜਥੇਬੰਦਕ ਤੌਰ ਤੇ ਸਾਂਝੇ ਤੌਰ ਤੇ ਫੈਸਲਾ ਲਿਆ। ਇਹ ਵੀ ਇੱਕ ਪੜਾਅ ਹੈਗਾ। ਉਸ ਤੋਂ ਬਾਅਦ 18 ਤਰੀਕ ਨੂੰ ਦੇਸ਼ ਭਰ ਦੇ ਵਿੱਚ ਜਿਹੜੀਆਂ ਗੱਡੀਆਂ ਰੇਲ ਗੱਡੀਆਂ ਹੈਗੀਆਂ ਉਹ ਰੋਕਣ ਦਾ 4 ਘੰਟੇ ਦਾ 12 ਤੋਂ ਲੈ ਕੇ 4 ਵਜੇ ਤੱਕ ਦੁਪਹਿਰੇ ਗੱਡੀਆਂ ਰੋਕਣ ਦਾ ਫੈਸਲਾ ਕੀਤਾ ਗਿਆ। ਜਿੱਦਾਂ ਪਹਿਲਾਂ ਚੱਕਾ ਜਾਮ ਪਹਿਲਾਂ 3 ਘੰਟੇ ਲਈ ਕੀਤਾ ਸੀ 12 ਤੋਂ 3, ਇਹ 12 ਤੋਂ 4 ਰੱਖਿਆ ਗਿਆ। ਇਸ ਦਿਨ ਗੱਡੀਆਂ ਹੋਣਗੀਆਂ। ਕਈ ਲੋਕ ਸਵਾਲ ਕਰਦੇ ਜੀ ਇਹਨਾਂ ਗੱਲਾਂ ਨਾਲ ਕੀ ਹੋ ਜਾਣਾ, ਕੈਂਡਲ ਮਾਰਚ ਨਾਲ ਕੀ ਹੋ ਜੂ, ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੌਨ ਰੱਖ ਕੇ ਕੀ ਹੋ ਜੂ, ਠੀਕ ਹੈ ਜੀ, ਜਾਂ 4 ਘੰਟੇ ਗੱਡੀਆਂ ਰੋਕਣ ਨਾਲ ਕੀ ਹੋ ਜਾਣਾ, ਠੀਕ ਹੈ। ਇਹਦਾ ਬਹੁਤ ਵੱਡਾ ਅਸਰ ਪੈਂਦਾ ਜੀ। ਅਸਰ ਕਿੱਦਾਂ ਪੈਂਦਾ ਹੈਗਾ, ਜਿਹੜਾ 3 ਘੰਟੇ ਦਾ ਚੱਕਾ ਜਾਮ ਹੋਇਆ ਸੀ ਉਹਦੇ ਨਾਲ ਸਰਕਾਰ ਹਿੱਲ ਗਈ। ਫਿਰ ਨਾਲੇ ਇਕੱਲਾ ਇਹ ਪ੍ਰੋਗਰਾਮ ਤਾਂ ਹੈ ਨਹੀਂ, ਸਟੈਪ ਹੈ ਪ੍ਰੋਗਰਾਮ ਦੇ। ਅਸਲ ਵਿੱਚ ਕੀ ਹੈਗਾ ਕਿ ਜਿੱਥੇ ਸਰਕਾਰ ਨੂੰ ਵੰਗਾਰਨ ਦੀ ਗੱਲ ਹੈ ਉੱਥੇ ਲੋਕਾਂ ਵਿੱਚ ਏਕਤਾ ਬਣਾ ਕੇ ਉਹਨਾਂ ਵਿੱਚ ਜਾਗਰਤੀ ਪੈਦਾ ਕਰਨ ਦੀ ਵੀ ਗੱਲ ਹੈ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੋਊਗਾ ਕਿ ਸਰ ਛੋਟੂ ਰਾਮ ਕੌਣ ਸੀ। ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਹਰਿਆਣੇ ਦੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਊਗਾ, ਉੱਤਰ ਪ੍ਰਦੇਸ਼ ਦੇ ਬਹੁਤੇ ਲੋਕਾਂ ਨੂੰ, ਦਿੱਲੀ ਦੇ ਲੋਕਾਂ ਨੂੰ ਨਹੀਂ ਪਤਾ ਹੋਊਗਾ ਸਰ ਛੋਟੂ ਰਾਮ ਕੌਣ ਸੀ। ਆਪਾਂ ਸਰ ਛੋਟੂ ਰਾਮ ਦੇ ਜਨਮ ਦਿਨ ਵਾਲੇ ਦਿਨ ਵੀ ਗੱਲ ਕਰਾਂਗੇ ਇਸ ਟੌਪਿਕ ਤੇ ਕਿ ਸਰ ਛੋਟੂ ਰਾਮ ਕੀ ਸੀ, ਉਹਦੀ ਕੀ ਦੇਣ ਸੀ, ਠੀਕ ਹੈ ਜੀ। ਮੈਨੂੰ ਯਾਦ ਹੈ ਜੀ, ਮੈਂ ਸੰਨ 72 ਦੀ ਗੱਲ ਆ, 1972 ਦੇ ਵਿੱਚ ਮੈਂ ਦਿੱਲੀ ਗਿਆ ਸੀ ਤੇ ਦਿੱਲੀ ਤੋਂ ਮੈਨੂੰ ਰਵਾੜੀ ਜਾਣ ਦਾ ਮੌਕਾ ਮਿਲਿਆ। ਰਵਾੜੀ ਮੈਂ ਇੱਕ ਕਾਲਜ ਵਿੱਚ ਐਡਮਿਸ਼ਨ ਲੈਣੀ ਸੀਗੀ ਤੇ ਮੈਂ ਉੱਥੇ ਜਦੋਂ ਪਹੁੰਚਿਆ ਉਹ ਸ਼ਹਿਰ ਤੋਂ, ਰਵਾੜੀ ਸ਼ਹਿਰ ਆ, ਮੈਨੂੰ ਉਦੋਂ ਪਿੰਡ ਜਿਹਾ ਲੱਗਾ ਵੈਸੇ, ਤੇ ਬਾਰ-ਬਾਰ ਉਹ ਕਾਲਜ ਸੀ, ਉਹਦਾ ਨਾਮ ਸੀ ਸਰ ਛੋਟੂ ਰਾਮ ਕਾਲਜ ਆਫ ਐਜੂਕੇਸ਼ਨ। ਯਾਨੀ ਹਰਿਆਣੇ ਦੇ ਲੋਕਾਂ ਦੇ ਵਿੱਚ ਉਸ ਮਹਾਨ ਵਿਅਕਤੀ ਪ੍ਰਤੀ ਸ਼ਰਧਾ, ਉਹਦੇ ਪ੍ਰਤੀ ਸਤਿਕਾਰ ਹੈ, ਤਾਂ ਹੀ ਉਹ ਕਾਲਜ ਦਾ ਨਾਮ ਸਰ ਛੋਟੂ ਰਾਮ ਤੇ ਰੱਖਿਆ ਗਿਆ। ਇਹਦੇ ਤੇ ਆਪਾਂ ਗੱਲ ਕਰਾਂਗੇ ਹੋਰ ਕਿ ਸਰ ਛੋਟੂ ਰਾਮ ਕੀ ਸੀ। ਸੋ ਇਹ ਗੱਲਾਂ ਕਰਨ ਦੇ ਨਾਲ ਇਹ ਆਪਸੀ ਪਿਆਰ ਵੀ ਵੱਧਦਾ, ਉਤਸ਼ਾਹ ਵੀ ਵੱਧਦਾ, ਏਕਤਾ ਵੀ ਵੱਧਦੀ ਹੈਗੀ। ਔਰ ਇਸੇ ਤਰ੍ਹਾਂ ਜੇ ਸਿਰਫ ਇੰਨੀ ਗੱਲ ਨਹੀਂ, ਕਿਸਾਨਾਂ ਨੇ ਅਜੇ ਹੁਣ ਜਗਰਾਓਂ ਦੇ ਵਿੱਚ ਬਹੁਤ ਵੱਡੀ ਮਹਾ ਪੰਚਾਇਤ ਕੀਤੀ ਆ। ਆਉਣ ਵਾਲੇ ਦਿਨਾਂ ਦੇ ਵਿੱਚ 18 ਤਰੀਕ ਨੂੰ ਜਿਹੜੀ 21 ਤਰੀਕ ਨੂੰ ਬਰਨਾਲੇ ਹੋ ਰਹੀ ਆ ਕਿਸਾਨ ਮਜ਼ਦੂਰ ਏਕਤਾ ਮਹਾ ਰੈਲੀ, ਠੀਕ ਹੈ ਜੀ। ਮਹਾ ਪੰਚਾਇਤਾਂ ਦਾ ਕਨਸੈਪਟ ਪੰਜਾਬ ਵਿੱਚ ਆ ਗਿਆ ਹੈ। ਮਹਾ ਰੈਲੀ ਨਾਂ ਕਿਉਂ ਰੱਖਿਆ ਮੈਨੂੰ ਨਹੀਂ ਪਤਾ। ਇਹਦੇ ਨਾਲ ਦੀ ਨਾਲ ਕਰਨਾਲ ਵਿੱਚ ਹੁਣ ਹੋਰ ਜਾਰੀ ਹੈ ਮਹਾ ਪੰਚਾਇਤ। ਦੇਸ਼ ਦੇ ਹੋਰਨਾਂ ਥਾਵਾਂ ਤੇ ਵੀ ਮਹਾ ਪੰਚਾਇਤਾਂ ਹੋਣਗੀਆਂ। ਉਹਦੇ ਵਿੱਚ ਕੀ ਆ ਕਿ ਲੋਕਾਂ ਦੇ ਵਿੱਚ ਇੱਕ ਕਿਸਾਨੀ ਅੰਦੋਲਨ ਦਾ ਸੁਨੇਹਾ ਪਹੁੰਚਾਉਣ ਦਾ ਤਰੀਕਾ। ਸੋ ਇਹ ਜਿਹੜੀ ਇਸ ਤਰੀਕੇ ਦੀ ਗੱਲ ਜਿਹੜੀ ਚੱਲ ਰਹੀ ਹੈਗੀ ਆ, ਇਹਦੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਉਤਸ਼ਾਹ ਮਿਲੂਗਾ ਔਰ ਉਹ ਵੱਧ ਮਜ਼ਬੂਤੀ ਦੇ ਨਾਲ ਆਪਦੀ ਗੱਲ ਜਿਹੜੀ ਸਰਕਾਰ ਤੱਕ ਰੱਖਣਗੇ। ਪਰ ਇੱਕ ਜਿਹੜੀ ਸਭ ਤੋਂ ਵੱਡੀ ਅਪਡੇਟ ਮੈਂ ਸਾਂਝੀ ਕਰਨੀ ਚਾਹੁੰਦਾ ਦਰਸ਼ਕਾਂ ਦੇ ਨਾਲ, ਉਹ ਇਹ ਹੈ ਜੀ ਕਿ 22 ਜਨਵਰੀ ਤੋਂ ਬਾਅਦ ਜਦੋਂ ਸਰਕਾਰ ਨੇ ਗੱਲਬਾਤ ਦੇ ਸਾਰੇ ਦਰਵਾਜ਼ੇ ਬੰਦ ਕਰਤੇ ਸੀਗੇ, ਉਦੋਂ ਬਾਅਦ ਅੱਜ ਤੱਕ ਕੋਈ ਗੱਲ ਨਹੀਂ ਹੋਈ। ਭਾਵੇਂ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿੱਚ ਕਿਹਾ ਕਿ ਮੈਂ ਤੇ ਇੱਕ ਫੋਨ ਕਾਲ ਤੇ ਦੂਰੀ ਤੇ ਹੈਗਾ, ਕਿਸਾਨ ਜਦੋਂ ਮਰਜ਼ੀ ਚਾਹਣ ਗੱਲ ਕੀਤੀ ਜਾ ਸਕਦੀ ਹੈ। ਹੁਣ ਸਵਾਲ ਇਹ ਬਣਦੇ ਵੀ ਜੇ ਫੋਨ ਕਾਲ ਤੇ ਹੈਗੇ ਤੇ ਫੋਨ ਕਰਨਾ ਕਿਹਨੇ? ਕਿਸਾਨ ਕਹਿੰਦੇ ਆ ਜੀ ਮੈਂ ਕਿਸਾਨਾਂ ਨਾਲ ਕੁਛ ਕੁ ਨਾਲ ਗੱਲ ਕੀਤੀ, ਉਹ ਕਹਿੰਦੇ ਸਾਨੂੰ ਤਾਂ ਫੋਨ ਨੰਬਰ ਹੀ ਨਹੀਂ ਪਤਾ। ਠੀਕ ਹੈ ਜੀ, ਹਾਂ ਸਾਨੂੰ ਅਮਿਤ ਸ਼ਾਹ ਦਾ ਫੋਨ ਨੰਬਰ ਪਤਾ, ਸਾਨੂੰ ਤੋਮਰ ਦਾ ਨੰਬਰ ਵੀ ਪਤਾ, ਸਾਨੂੰ 1-2 ਹੋਰਾਂ ਮੰਤਰੀਆਂ ਦਾ ਵੀ ਪਤਾ, ਪਰ ਜੇ ਪ੍ਰਧਾਨ ਮੰਤਰੀ ਨੂੰ ਤਾਂ ਸਾਡੇ ਸਾਰਿਆਂ ਦੇ ਨੰਬਰ ਪਤਾ ਹੈਗੇ। ਜੇ ਅਸੀਂ ਸੱਚੀ ਮੁੱਚੀ ਇੱਕ ਫੋਨ ਕਾਲ ਦੂਰ ਹੈ ਤੇ ਉਹ ਸਾਨੂੰ ਕਾਲ ਕਰ ਲੈਣ, ਅਸੀਂ ਚਲੇ ਜਾਵਾਂਗੇ। ਹੁਣ ਦੂਜਾ ਸਵਾਲ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਬਾਰ-ਬਾਰ ਕਹਿ ਰਹੇ ਆ ਪਾਰਲੀਮੈਂਟ ਦੇ ਵਿੱਚ, ਉਦੋਂ ਪਹਿਲਾਂ ਪਾਰਲੀਮੈਂਟ ਦੇ ਬਾਹਰ ਕਹਿੰਦੇ ਸੀਗੇ, ਹੁਣ ਪਾਰਲੀਮੈਂਟ ਦੇ ਵਿੱਚ ਕਹਿ ਦਿੱਤਾ ਕਿ ਇਹ ਕਾਨੂੰਨ ਤਾਂ ਕਿਸਾਨਾਂ ਵਾਸਤੇ ਬੜੇ ਫਾਇਦੇਮੰਦ ਆ। ਇਹ ਕਾਨੂੰਨ ਤਾਂ ਡਾਕਟਰ ਮਨਮੋਹਨ ਸਿੰਘ ਨੇ ਕਾਂਗਰਸ ਸਰਕਾਰ ਵੇਲੇ ਵੀ ਬਣਾਉਣੇ ਸੀ, ਉਹ ਨਹੀਂ ਬਣਾ ਸਕੇ, ਹੌਸਲਾ ਨਹੀਂ ਕਰ ਸਕੇ, ਉਹਨਾਂ 'ਚ ਜ਼ਰੂਰਤ ਨਹੀਂ ਸੀ, ਸਾਡੇ 'ਚ ਜ਼ਰੂਰਤ ਸੀ, ਅਸੀਂ ਕਰ ਦਿੱਤਾ। ਅਸੀਂ ਤਾਂ ਕਿਸਾਨਾਂ ਦਾ ਭਲਾ ਕਰਕੇ ਹੀ ਹਟਣਾ ਜੋ ਮਰਜ਼ੀ ਹੋ ਜਾਏ। ਠੀਕ ਹੈ ਜੀ। ਤੇ ਜਦੋਂ ਇਹੋ ਜਿਹੀਆਂ ਗੱਲਾਂ ਉਹ ਕਰਦੇ ਤੇ ਫਿਰ ਗੱਲ ਕਰਨੀ ਕਾਹਦੇ ਵਾਸਤੇ? ਹਾਲਾਂਕਿ ਪਹਿਲੀਆਂ ਜਿਹੜੀਆਂ 12 ਮੀਟਿੰਗਾਂ ਹੋਈਆਂ ਉਹਨਾਂ ਵਿੱਚੋਂ 8 ਮੀਟਿੰਗਾਂ ਦੇ ਵਿੱਚ
ਇਸ ਗੱਲ ਤੇ ਸਰਕਾਰ ਦੇ ਨੁਮਾਇੰਦੇ ਮੰਨੇ ਆ ਕਿ ਇਹਨਾਂ ਦੇ ਵਿੱਚ ਜਿਹੜੇ ਨੁਕਸ ਹੈਗੇ ਆ ਅਸੀਂ ਉਹ ਦੂਰ ਕਰਨ ਨੂੰ ਤਿਆਰ ਆ। ਹਾਂਜੀ ਜੇ ਦੂਰ ਕਰਨ ਨੂੰ ਤਿਆਰ ਹੈ ਤਾਂ ਉਹਨਾਂ ਨੁਕਸ ਤਾਂ ਹੈਗੇ ਆ ਨਾ, ਫਿਰ ਤਾਂ ਹੀ ਤਿਆਰ ਹੈਗੇ ਆ। ਬਿਲਕੁਲ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਅਖੀਰਲੀ ਮੀਟਿੰਗ ਤੋਂ ਇਹ ਕਨਸੋਆਂ ਆਉਣ ਲੱਗ ਪਈਆਂ, ਜਾਂ ਉਹਨੇ ਕਹਿ ਦਿੱਤਾ ਤੋਮਰ ਨੇ ਕਿ ਅਸੀਂ ਪਹਿਲਾਂ 1 ਸਾਲ ਵਾਸਤੇ ਕਹਿੰਦੇ ਸੀਗੇ ਇਹ ਕਾਨੂੰਨ ਅਸੀਂ ਰੱਦ ਕਰ ਦਿੰਦੇ ਆ, ਫਿਰ 1.5 ਲਈ, ਉਂਝ ਵੈਸੇ 3 ਲਈ ਵੀ ਕਰਨ ਨੂੰ ਤਿਆਰ ਆ। ਹਾਂਜੀ ਜੇ 3-4 ਸਾਲਾਂ ਵਾਸਤੇ ਉਹ ਕਾਨੂੰਨ ਨੂੰ ਪਿਛਾਂਹ ਕਰਨ ਨੂੰ ਤਿਆਰ ਆ, ਰੱਦ ਕਰਨ ਨੂੰ ਤਿਆਰ ਆ, ਤੇ ਫਿਰ ਪ੍ਰਧਾਨ ਮੰਤਰੀ ਕਿਹੜਾ ਦਿਨ ਉਡੀਕਦੇ ਆ? ਹਾਂਜੀ ਹਾਂਜੀ ਹਾਂ, ਮੈਨੂੰ ਇਹ ਪਤਾ ਕਿ ਉਹ ਹਰ ਗੱਲ ਜੋਤਸ਼ੀਆਂ ਨੂੰ ਪੁੱਛ ਕੇ ਕਰਦੇ ਆ। ਹਾਂਜੀ ਉਹ ਕਿਰਪਾ ਕਰਕੇ ਕਿਸੇ ਆਪਦੇ ਜੋਤਸ਼ੀ ਨੂੰ ਪੁੱਛ ਲੈਣ ਕਿੱਦਣ ਉਹਨਾਂ ਨੇ ਅਨਾਉਂਸਮੈਂਟ ਕਰਨੀ ਆ ਹਾਂਜੀ, ਕਿ ਅਸੀਂ ਜਿਹੜਾ ਇਹ ਕਾਨੂੰਨ ਜਿਹੜੇ ਆ ਇੰਨੇ ਸਾਲਾਂ ਵਾਸਤੇ ਰੱਦ ਕੀਤੇ ਬਿਲਕੁਲ। ਜਾਂ ਇਹ ਵਾਪਸ ਹੀ ਲੈ ਲੈ। ਹਾਂਜੀ। ਉਂਝ ਕਿਸਾਨਾਂ ਦਾ ਅੰਦੋਲਨ ਜਿਹੜਾ ਉਹ ਕਾਨੂੰਨ ਵਾਪਸ ਲੈਣ ਦੇ ਲਈ ਹੀ ਹੈ, ਔਰ ਨਾਲ ਦੀ ਨਾਲ MSP ਜਿਹੜੀ ਹੈ ਮਿਨੀਮਮ ਸਪੋਰਟ ਪ੍ਰਾਈਸ, ਉਹਦੇ ਲਈ ਕਾਨੂੰਨ ਬਣਾਉਣ ਦੇ ਲਈ ਇਹ ਅੰਦੋਲਨ ਚੱਲ ਰਿਹਾ ਹੈਗਾ। ਜੇ ਭਾਰਤ ਸਰਕਾਰ ਸੰਜੀਦਾ ਹੈਗੀ ਇਸ ਗੱਲ ਲਈ, ਲੱਗਦੀ ਨਹੀਂ ਮੈਨੂੰ ਵੈਸੇ, ਜੇ ਸੰਜੀਦਾ ਹੈਗੀ ਆ ਤੇ ਉਹ ਐਲਾਨ ਕਿਸੇ ਵੇਲੇ ਵੀ ਕਰ ਸਕਦੀ ਹੈ। ਪ੍ਰਧਾਨ ਮੰਤਰੀ ਆਪ ਕਰ ਦੇਵੇ ਜ਼ਿਆਦਾ ਚੰਗੀ ਗੱਲ ਹੈ। ਹਾਂਜੀ MP ਸਿੰਘ ਜੀ, ਤੁਸੀਂ ਗੱਲ ਕੀਤੀ ਮਹਾਂ ਪੰਚਾਇਤਾਂ ਦੀ ਕਿ ਮਹਾਂ ਪੰਚਾਇਤਾਂ ਹੋਣਗੀਆਂ, ਹੋਈ ਜਾ ਰਹੀਆਂ। ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਹਰਿਆਣਾ, UP ਉਧਰਲੇ ਸਾਈਡਾਂ 'ਚ ਮਹਾਂ ਪੰਚਾਇਤਾਂ ਹੁੰਦੀਆਂ ਸੀ, ਖਾਸ ਪੰਚਾਇਤਾਂ ਹੁੰਦੀਆਂ ਸੀ। ਪਰ ਹੁਣ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਵੀ ਉਸੇ ਲਾਈਨ ਵੱਲ ਨੂੰ ਤੁਰ ਪਿਆ। ਲੱਗਦਾ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਜਗਰਾਉਂ ਦੇ ਵਿੱਚ ਬਹੁਤ ਵੱਡੀ ਪੰਚਾਇਤ ਮਹਾਂ ਪੰਚਾਇਤ ਹੋਈ ਆ। ਹੁਣ ਜਿਹੜੇ ਨਵੀਂ ਰੀਤ ਜਿਹੜੀ ਚੱਲ ਪਈ ਆ ਪੰਜਾਬ ਦੇ ਵਿੱਚ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਉਹ ਤੁਸੀਂ ਕੀ ਕਹਿਣਾ? ਦੇਖੋ ਭਿੰਡਰ ਸਾਹਿਬ, ਮੈਂ ਪਹਿਲਾਂ ਵੀ ਕਿਹਾ ਕਿ ਜਗਰਾਉਂ 'ਚ ਜਿਹੜੀ ਮਹਾਂ ਪੰਚਾਇਤ ਹੋਈ ਆ, ਉਹਨੇ ਕਿਸਾਨੀ ਅੰਦੋਲਨ ਨੂੰ ਬਹੁਤ ਵੱਡਾ ਹੁੰਗਾਰਾ ਦਿੱਤਾ। ਹਾਂਜੀ। ਜੇ ਅਸੀਂ ਇਹ ਕਹੀਏ ਕਿ ਜੀ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਆ ਉਹ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਜਾਂ ਗਾਜ਼ੀਪੁਰ ਬਾਰਡਰ ਤੇ ਆ ਗਏ ਆ, ਤੇ ਪਿੱਛੋਂ ਸ਼ਾਇਦ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਨੀ ਸੀ ਜਾਂ 'ਚ ਸ਼ਾਮਲ ਹੋਣਾ ਸੀ, ਉਹ ਆ ਚੁੱਕੇ ਆ। ਬਾਕੀ ਜਿਹੜੇ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ, ਤੇ ਇਹ ਗੱਲ ਝੂਠੀ ਸਾਬਤ ਹੋ ਗਈ। ਅਜੇ ਵੀ ਲੱਖਾਂ ਲੋਕ ਜਿਹੜੇ ਆ ਉਹ ਪੰਜਾਬ ਵਿੱਚ, ਹਰਿਆਣੇ ਵਿੱਚ, ਉੱਤਰ ਪ੍ਰਦੇਸ਼ 'ਚ ਬੈਠੇ ਆ, ਜਿਹੜੇ ਇੱਕ ਆਵਾਜ਼ ਤੇ, ਕਿਸਾਨਾਂ ਦੀ ਇੱਕ ਆਵਾਜ਼ ਤੇ ਉੱਥੇ ਆਉਣ ਨੂੰ ਤਿਆਰ ਆ। ਪਰ ਸਾਰਾ ਅੰਦੋਲਨ ਜਿਹੜਾ ਵਾ ਉੱਥੋਂ ਨਹੀਂ ਚੱਲਣਾ। ਜੇ ਅਸੀਂ ਕਹੀਏ ਜੀ ਅੰਦੋਲਨ ਬਾਰਡਰ ਤੇ ਚੱਲਣਾ, ਟਿਕਰੀ ਬਾਰਡਰ ਤੇ ਚੱਲਣਾ, ਜਾਂ ਸਿੰਘੂ ਬਾਰਡਰ ਤੇ ਚੱਲਣਾ, ਜਾਂ ਗਾਜ਼ੀਪੁਰ ਤੇ ਚੱਲਣਾ, ਇਹ ਗੱਲ ਠੀਕ ਨਹੀਂ ਹੈ, ਸੱਚੀ ਨਹੀਂ ਹੈ। ਅੰਦੋਲਨ ਤੇ ਜਦੋਂ ਪੂਰਾ ਗਰਾਊਂਡ ਲੈਵਲ ਤੇ ਹੁੰਦਾ, ਉਹ ਹੁੰਦਾ ਹੇਠੋਂ ਉੱਪਰ ਤੱਕ ਚੱਲਣਾ। ਅੰਦੋਲਨ ਦਾ ਇੱਕ ਪੜਾਅ ਆ ਉਹ ਬਾਰਡਰ ਤੇ ਰੁਕਣਾ, ਉਸ ਤੋਂ ਅੱਗੇ ਵੀ ਜਾਇਆ ਜਾ ਸਕਦਾ। ਉਸ ਤੋਂ ਪਿੱਛੇ ਵਾਲੇ ਪੜਾਅ ਜਿਹੜੇ ਹੈਗੇ ਆ ਉਹ ਮਹਾਂ ਪੰਚਾਇਤਾਂ ਵਾਲੀ ਗੱਲ ਆ। ਉਹ ਆ ਜਿਹੜੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲੀ ਗੱਲ ਆ, ਉਹ ਜਿਹੜਾ ਕੈਂਡਲ ਮਾਰਚ ਕੱਢਣ ਵਾਲੀ ਗੱਲ ਆ, ਉਹ ਵੱਖਰੇ ਵੱਖਰੇ ਥਾਵਾਂ ਤੇ ਮਹਾਂ ਪੰਚਾਇਤਾਂ ਇਕੱਠ ਕਰਨ ਦੀ ਗੱਲ ਆ। ਇਹ ਜਿਹੜੀਆਂ ਪੰਚਾਇਤਾਂ ਦੇ ਨਾਲ ਲੋਕਾਂ ਦੇ ਵਿੱਚ ਇੱਕ ਤਾਂ ਜਾਗਰਤੀ ਲੈ ਕੇ ਆਉਣੀ, ਇੱਕ ਉਹਨਾਂ ਨਾਲ ਸਿੱਧੀ ਗੱਲ ਕਰਨੀ, ਉਹਨਾਂ ਨੂੰ ਰਿਪੋਰਟ ਦੇਣੀ ਕਿ ਕੀ ਹੋ ਰਿਹਾ, ਅਸੀਂ ਕੀ ਕਰਦੇ ਪਏ ਆ। ਹੁਣ ਤੱਕ ਕੀ ਹੁੰਦਾ ਸੀਗਾ ਕਿ 12 ਮੀਟਿੰਗਾਂ ਸਰਕਾਰ ਨਾਲ ਹੋਈਆਂ। ਮੀਟਿੰਗ ਤੋਂ ਬਾਅਦ ਪਹਿਲਾਂ ਜਦੋਂ ਜਾਣਾ ਸੀ ਕਿਸਾਨ, ਉਦੋਂ ਪ੍ਰੈਸ ਕਾਨਫਰੰਸ ਕਰ ਲੈਂਦੇ ਸੀਗੇ। ਜਦੋਂ ਉੱਥੋਂ ਨਿਕਲਦੇ ਸੀ ਵਿਗਿਆਨ ਭਵਨ ਚੋਂ, ਉਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛ ਲੈਂਦੇ ਸੀ। ਫਿਰ ਅਗਲੇ ਦਿਨ ਸਵੇਰ ਨੂੰ ਆਪਦੀ ਪ੍ਰੈਸ ਕਾਨਫਰੰਸ ਕਰਕੇ ਫਿਰ ਦੱਸ ਦਿੰਦੇ ਸੀ। ਹੁਣ ਕਿਸਾਨਾਂ ਨੇ ਵੀ ਫੈਸਲਾ ਕੀਤਾ ਕਿ ਜਿਹੜੀ ਗੱਲ ਵੀ ਹੈਗੀ ਅਸੀਂ ਕਿਸਾਨਾਂ ਦੇ ਕੋਲ ਜਾ ਕੇ ਦੱਸਣੀ, ਉਹਨਾਂ ਦੇ ਵਿਹੜੇ 'ਚ ਜਾ ਕੇ ਦੱਸਣੀ, ਉਹਨਾਂ ਦੇ ਘੇਰੇ 'ਚ ਜਾ ਕੇ ਦੱਸਣੀ, ਉਹਨਾਂ ਦੇ ਇਕੱਠ 'ਚ ਜਾ ਕੇ ਦੱਸਣੀ। ਇਹ ਮਹਾਂ ਪੰਚਾਇਤਾਂ ਦਾ ਕਨਸੈਪਟ ਇਸੇ ਕਰਕੇ ਲਿਆਂਦਾ ਗਿਆ ਕਿ ਆਓ ਕਿਸਾਨੋ, ਤੁਹਾਨੂੰ ਅਸੀਂ ਸਾਰੀ ਗੱਲ ਤੋਂ ਵਾਕਫ ਕਰਾਈਏ, ਜਾਣੂ ਕਰੀਏ। ਇਹ ਮਹਾਂ ਪੰਚਾਇਤਾਂ ਦਾ ਕਨਸੈਪਟ ਹੈਗਾ। ਹਾਂ, ਮਹਾਂ ਪੰਚਾਇਤਾਂ ਜਦੋਂ ਪਹਿਲਾਂ ਹੁੰਦੀਆਂ ਸੀਗੀਆਂ ਉਦੋਂ ਮੁੱਦੇ ਹੋਰ ਸੀ। ਹੁਣ ਜਿਹੜਾ ਇੱਕ ਬੇਸਿਕ ਬੁਨਿਆਦੀ ਮੁੱਦਾ ਜਿਹੜਾ ਹੈਗਾ, ਉਹ ਮੁੱਦਾ ਕਿਸਾਨੀ ਅੰਦੋਲਨ ਆ। ਇਹ ਮਹਾਂ ਪੰਚਾਇਤਾਂ ਸਾਰੀਆਂ ਉਸ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਹੋਈਆਂ, ਆਉਣ ਵਾਲੇ ਦਿਨਾਂ 'ਚ ਹੋਰ ਹੋਣੀਆਂ। ਅਖੀਰਲਾ ਕੁਐਸਚਨ ਆ ਜੀ ਮੇਰਾ ਕਿ ਹੁਣ ਪੰਚਾਇਤ ਜਿਹੜੀਆਂ ਮਿਊਨਿਸਪਲ ਚੋਣਾਂ ਹੋ ਰਹੀਆਂ, 14 ਕੁਝ ਘੰਟੇ ਸ਼ੁਰੂ ਹੋ ਗਈਆਂ। ਕਾਫੀ ਖਬਰਾਂ ਪੰਜਾਬ ਤੋਂ ਇਹੋ ਜਿਹੀਆਂ ਵੀ ਆ ਰਹੀਆਂ ਕਿ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਇੱਥੋਂ ਤੱਕ ਕਿ ਮੁਹਾਲੀ ਦੇ ਵਿੱਚ ਤੁਸੀਂ ਦੇਖਿਆ ਹੋ ਕਿ ਮਦਨ ਸ਼ੌਂਕੀ ਇੱਕ ਭਾਜਪਾ ਦੇ ਉਮੀਦਵਾਰ ਹੈਗੇ ਆ, ਸਿੰਗਰ ਆ, ਉਹ ਚੰਗਾ ਕਟਾਪਾ ਚੜਿਆ ਕਿ ਇੱਕ ਪਾਸੇ ਤਾਂ ਸਿੰਗਰ ਭਾਈਚਾਰਾ ਸਾਰੇ ਦਾ ਸਾਰਾ ਅੰਦੋਲਨ ਦੇ ਵਿੱਚ ਬੈਠਾ, ਤੇ ਇੱਕ ਉਹੀ ਸਿੰਗਰਾਂ ਦੀ ਲਾਈਨ ਦੇ ਵਿੱਚ ਇਹ ਵੀ ਸਿੰਗਰ ਆ, ਇਹ ਭਾਜਪਾ ਦੀ ਸੀਟ ਤੇ ਲੜ ਰਿਹਾ। ਲੜ ਲੈਣਾ ਅਸੀਂ ਉਹ ਨਹੀਂ ਕਹਿ ਰਹੇ ਕਿ ਕਿਉਂ ਲੜ ਰਿਹਾ, ਪਰ ਅਜਿਹਾ ਵਿਰੋਧ ਹੋਇਆ, ਉਹਦੇ ਥੁੱਕਿਆ ਵੀ ਗਿਆ ਲੇਡੀਜ਼ ਵੱਲੋਂ, ਉਹਨੂੰ ਗਾਲਾਂ ਵੀ ਇਹੋ ਜਿਹੀਆਂ ਕੱਢੀਆਂ ਗਈਆਂ। ਕੀ ਇਹ ਜਿਹੜੇ ਹੈਗੇ ਆ ਇਹ ਚੀਜ਼ਾਂ ਤੁਹਾਨੂੰ ਕਿੱਦਾਂ ਲੱਗ ਰਿਹਾ, ਕਿੱਦਾਂ ਦੇਖ ਰਹੇ ਆ ਇਹਨਾਂ ਚੀਜ਼ਾਂ ਨੂੰ? ਦੇਖੋ, ਜਿਹੜਾ ਕਿਸਾਨੀ ਅੰਦੋਲਨ ਸਿੰਘੂ ਬਾਰਡਰ ਤੇ ਚੱਲ ਰਿਹਾ ਨਾ ਜੀ, ਸਿੰਘੂ ਬਾਰਡਰ ਤੇ ਲੋਕ ਬੈਠੇ ਆ,
ਇਹ ਪੰਜਾਬ ਦੇ ਜਿਹੜਾ ਰਾਜ ਗਾਇਕ ਹੰਸਰਾਜ ਹੰਸ ਦਾ ਏਰੀਆ, ਹਾਂਜੀ ਬਿਲਕੁਲ, ਉਹਦਾ ਚੋਣ ਹਲਕਾ, ਹਾਂਜੀ ਹਾਂਜੀ ਜਿਹਦੇ ਹਲਕੇ 'ਚ ਇਹ ਕਿਸਾਨੀ ਅੰਦੋਲਨ ਹਾਂਜੀ ਚੱਲ ਰਿਹਾ ਚੱਲ ਪਿਛਲੇ ਰਿਹਾ, 2 ਹਾਂਜੀ। ਮਹੀਨੇ ਤੋਂ ਬਾਅਦ 75-80 ਦਿਨ ਹੋ ਗਏ, 75 ਦਿਨ ਹੋ ਗਏ। ਬਿਲਕੁਲ ਬਿਲਕੁਲ। ਉਹ ਰਾਜ ਗਾਇਕ ਵੀ ਹੂੰ ਕਿਸਾਨਾਂ ਦੇ ਕੋਲ ਨਹੀਂ ਆਇਆ, ਹਾਂਜੀ ਬਿਲਕੁਲ, ਜੁਰਤ ਨਹੀਂ ਕਰ ਸਕਿਆ। ਹਾਂਜੀ। ਉਹਨੂੰ ਪਤਾ ਸੀ ਕਿ ਮੈਨੂੰ ਕਿਸਾਨ ਜਿਹੜੇ ਆ ਉਹ ਨਹੀਂ ਸੁਣਨਗੇ, ਮੈਨੂੰ ਨਹੀਂ ਬਰਦਾਸ਼ਤ ਕਰਨਗੇ, ਮੈਨੂੰ ਘੇਰਨਗੇ, ਮੈਨੂੰ ਸਵਾਲ ਕਰਨਗੇ, ਸ਼ਾਇਦ ਮੇਰੇ ਕੋਲ ਉਹਨਾਂ ਦਾ ਜਵਾਬ ਹੈ ਨਹੀਂ। ਹਾਂਜੀ ਉਂਝ ਉਹਨੇ ਥੋੜਾ ਚਿਰ ਪਖੰਡਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿੱਦਾਂ ਆਪਣੇ ਆਪ ਨੂੰ ਵਿੱਚ ਵਿਚੋਲਾ ਸਾਬਤ ਕਰਨ ਦੀ ਕਿ ਮੈਂ ਕਿਸਾਨਾਂ ਨੂੰ ਨਾਲ ਲੈ ਕੇ ਤੋਮਰ ਸਾਹਿਬ ਕੋ ਜਾਣਾ, ਮੈਂ ਜਾਣਾ ਪ੍ਰਧਾਨ ਮੰਤਰੀ ਕੋ, ਮੈਂ ਕਰਾਉਣਾ ਗੱਲ। ਹਾਂਜੀ। ਉਹਨੂੰ ਲੱਗਦਾ ਸੀ ਸ਼ਾਇਦ ਕਿ ਜਿੱਦਾਂ ਪਿੰਡ 'ਚ ਵੱਟ ਬੰਨੇ ਦੀ ਲੜਾਈ ਆ, ਪੰਚਾਇਤ ਇਕੱਠੀ ਹੋਊਗੀ, ਹੱਲ ਹੋ ਜਾਊਗੀ। ਉਹਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਇਹ ਅੰਦੋਲਨ ਹੈ। ਹਾਂਜੀ ਠੀਕ ਹੈ ਜੀ। ਇਸ ਅੰਦੋਲਨ ਦੇ ਇਹਦੇ ਮੁੱਢ ਕੀ ਆ, ਇਹਦੇ ਕਿਹੜੇ ਕਾਰਨ ਆ। ਸ਼ਾਇਦ ਉਹਨੇ ਹੰਸਰਾਜ ਹੰਸ ਨੇ ਵੀ ਕਾਨੂੰਨ ਨਾ ਪੜ੍ਹੇ ਹੋਣ, ਹਾਂਜੀ ਜੇ ਪੜ੍ਹੇ ਹੁੰਦੇ ਤੇ ਜ਼ਰੂਰ ਬੋਲਦਾ। ਹਾਂਜੀ ਠੀਕ ਹੈ ਜੀ। ਇਸੇ ਤਰ੍ਹਾਂ ਜਿਹੜਾ ਹੈ ਮਦਨ ਸ਼ੌਂਕੀ ਹੈਗਾ, ਇਹ ਵੀ ਆਪਣੇ ਆਪ ਨੂੰ ਸਮਝਦਾ ਕਿ ਡਰਦਾ ਕਿ ਮੈਂ ਉੱਥੇ ਜਾ ਕੇ ਕੀ ਕਰੂੰਗਾ, ਪਰ ਇਲੈਕਸ਼ਨ ਲੜਨੀ ਚਾਹੁੰਦਾ। ਹਾਂਜੀ ਠੀਕ ਹੈ ਜੀ। ਇਲੈਕਸ਼ਨ ਉਸੇ ਪਾਰਟੀ ਵੱਲੋਂ ਜਿਸ ਪਾਰਟੀ ਦਾ ਹੰਸਰਾਜ ਹੰਸ, ਇਲੈਕਸ਼ਨ ਉਸੇ ਪਾਰਟੀ ਵੱਲੋਂ ਜਿਸ ਪਾਰਟੀ ਦਾ ਲੋਕ ਵਿਰੋਧ ਕਰਦੇ। ਠੀਕ ਹੈ ਜੀ। ਉਹਨੂੰ ਵੈਸੇ ਤਾਂ ਆਪਣੇ ਆਪ ਨੂੰ ਇਸ ਗੱਲ ਤੋਂ ਪਿੱਛੇ ਰੱਖ ਲੈਣਾ ਚਾਹੀਦਾ ਸੀਗਾ ਕਿ ਭਾਵੇਂ ਮੈਂ ਸਿੰਗਰ ਹਾਂ, ਗਾਇਕ ਹਾਂ, ਪਰ ਲੋਕ ਪਸੰਦ ਮੈਨੂੰ ਗਾਇਕ ਤੌਰ ਤੇ ਕਰਦੇ ਆ, ਮੈਨੂੰ ਭਾਜਪਾ ਦੇ ਆਗੂ ਦੇ ਤੌਰ ਤੇ ਲਾਇਕ ਨਹੀਂ ਕਰਦੇ, ਚੰਗਾ ਨਹੀਂ ਸਮਝਦੇ, ਪਸੰਦ ਨਹੀਂ ਕਰਦੇ। ਉਂਝ ਜਿਹੜੀ ਗੱਲ ਲੋਕਾਂ ਦਾ ਵਿਰੋਧ ਕਰਨ ਦਾ ਹੱਕ ਹੈ, ਪਰ ਉਹਨੂੰ ਕੁੱਟਣ ਮਾਰਨ ਦੀ ਗੱਲ, ਉਹਨੂੰ ਕਟਾਪਾ ਚਾੜਨ ਦੀ ਗੱਲ, ਉਹਦੇ ਮੂੰਹ ਤੇ ਸਿਆਹੀ ਪਾਉਣ ਦੀ ਗੱਲ, ਉਹਨੂੰ ਗਾਲਾਂ ਕੱਢਣ ਦੀ ਗੱਲ, ਇਹ ਮੈਂ ਇਹਦੀ ਸ਼ਲਾਘਾ ਨਹੀਂ ਕਰਦਾ। ਨਿੱਜੀ ਤੌਰ ਤੇ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਆ। ਤੁਹਾਨੂੰ ਕੋ ਨਹੀਂ ਚੰਗਾ ਲੱਗਦਾ, ਉਹਨੂੰ ਹੱਥ ਜੋੜ ਕੇ ਕਹਿ ਦਿਓ ਵੀ ਭਾਈ ਤੂੰ ਸਾਡਾ ਕੈਂਡੀਡੇਟ ਨਹੀਂ ਹੈਗਾ। ਇਹ ਵੀ ਕਹਿ ਦਿਓ ਖਬਰਦਾਰ ਸਾਡੇ ਇਲਾਕੇ 'ਚ ਆਇਆ ਤੇ ਵੋਟਾਂ, ਇੱਥੋਂ ਤੱਕ ਵੀ ਕਹਿ ਦਿਓ ਤਾਂ ਕੋਈ ਹਰਜ ਨਹੀਂ। ਸਵਾਲ ਪੁੱਛਣੇ ਤਾਂ ਜਾਇਜ਼ ਹੈ। ਹਾਂ, ਉਹਨੂੰ ਸਵਾਲ ਪੁੱਛਣਾ ਚਾਹੀਦੇ ਆ, ਉਹਨੂੰ ਪੁੱਛਣਾ ਸਗੋਂ ਪੁੱਛ ਲਿਆ ਜਾਂਦਾ ਕਿ ਤੂੰ ਜਿਸ ਪਾਰਟੀ ਵੱਲੋਂ ਇਲੈਕਸ਼ਨ ਲੜਨ ਆਇਆ ਵਾ, ਉਸ ਪਾਰਟੀ ਦਾ ਕਿਸਾਨੀ ਅੰਦੋਲਨ ਪ੍ਰਤੀ ਕੀ ਰਵੱਈਆ, ਪੁੱਛ ਲੈਣ 'ਚ ਕੋਈ ਹਰਜ ਨਹੀਂ ਸੀਗਾ। ਪਰ ਉਹਨੂੰ ਕੁੱਟਣਾ ਕਟਾਉਣਾ ਜਿਹੜਾ ਵਾ ਉਹ ਸ਼ਾਇਦ ਸਾਡੇ ਸੱਭਿਅਕ ਸਮਾਜ ਦਾ ਅੰਗ ਨਹੀਂ ਹੈ। ਇੱਦਾਂ ਨਹੀਂ ਹੋਣੀ ਚਾਹੀਦੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਟਾਈਮ ਦਿੰਦੇ ਹੋਏ ਦਰਸ਼ਕਾਂ ਨੂੰ ਨਵੀਆਂ ਗੱਲਾਂ ਨਾਲ ਉੱਥੋਂ ਦੀਆਂ ਜਾਣੂ ਕਰਵਾਉਂਦੇ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਵੀਂ ਅਪਡੇਟ ਦੇ ਲਈ ਤੁਹਾਨੂੰ ਫਿਰ ਅਸੀਂ ਯਾਦ ਕਰਾਂਗੇ ਜੀ। ਉਦੋਂ ਤੱਕ ਲਈ ਸਾਨੂੰ ਅਸੀਂ ਆਗਿਆ ਚਾਹੁੰਦੇ ਹਾਂ ਜੀ। ਥੈਂਕ ਯੂ। ਇਹ ਸਨ ਸਰਦਾਰ MP ਸਿੰਘ ਜੀ, ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼।